ਵਿੱਚ ਬਾਣੀ ਅੰਮ੍ਰਿਤ ਸਾਰ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੋਰਠ ਮਹੱਲਾ ਤੀਜਾ। ਦਾਸਨ ਦਾਸ ਹੋਵੈ ਤਾਂ ਹਰਿ ਪਾਏ, ਵਿੱਚੋਂ ਆਪ ਗਵਾਈ। ਭਗਤਾਂ ਕਾ ਕਾਰਜ ਹਰਿ ਆਨੰਦ ਹੈ, ਅਨ ਦਿਨ ਹਰਿ ਗੁਣ ਗਾਈ। ਸ਼ਬਦ ਰਤੇ ਸਦਾ ਇਕ ਰੰਗੀ, ਹਰਿ ਸਿਉ ਰਹੇ ਸਮਾਈ। ਹਰਿ ਜੀਉ ਸਾਚੀ ਨਦਰ ਤੁਮਾਰੀ, ਆਪਣਿਆਂ ਦਾਸਾਂ ਨੂੰ ਕਿਰਪਾ ਕਰ ਪਿਆਰੇ। ਰਾਖਹੁ ਪੈਜ ਹਮਾਰੀ ਰਹਾਉ, ਸ਼ਬਦ ਸਲਾਹੀ ਸਦਾ ਹਉ ਜੀਵਾ। ਗੁਰਮਤੀ ਭਉ ਭਾਗਾ, ਮੇਰਾ ਪ੍ਰਭ ਸਾਚਾ ਅਤ ਸਵਾਲਿਓ। ਗੁਰ ਸੇਵਿਆ ਚਿਤ ਲਾਗਾ, ਸਾਚਾ ਸ਼ਬਦ ਸੱਚੀ ਸਚ ਬਾਣੀ। ਸੋ ਜਨ ਅੰਦਿਨ ਜਾਗਾ, ਮਹਾਂ ਗੰਭੀਰ ਸਦਾ ਸੁਖ ਦਾਤਾ। ਤਿਸ ਕਾ ਅੰਤ ਨਾ ਪਾਇਆ, ਪੂਰੇ ਗੁਰ ਕੀ ਸੇਵਾ ਕੀਨੀ। ਅਚਿੰਤ ਹਰਿ ਮਨ ਵਸਾਇਆ, ਮਨ ਤਨ ਨਿਰਮਲ ਸਦਾ ਸੁਖ ਅੰਤਰ। ਵਿੱਚੋਂ ਭਰਮ ਚੁਕਾਇਆ, ਹਰਿ ਕਾ ਮਾਰਗ ਸਦਾ ਪੰਥ ਵਿਖੜਾ। ਕੋ ਪਾਏ ਗੁਰ ਵਿਚਾਰਾ, ਹਰਿ ਕੈ ਰੰਗ ਰਾਤਾ। ਸ਼ਬਦੇ ਮਾਤਾ, ਹਉਮੈ ਤਜੈ ਵਿਕਾਰਾ। ਨਾਨਕ ਨਾਮ ਰਤਾ ਇਕ ਰੰਗੀ, ਸ਼ਬਦ ਸਵਾਰਣ ਹਾਰਾ। ਨਾਨਕ ਨਾਮ ਰਤਾ ਇਕ ਰੰਗੀ, ਸ਼ਬਦ ਸਵਾਰਣ ਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਹਨ। ਉਪਰੰਤ ਅੰਮ੍ਰਿਤਮਈ ਬਾਣੀ ਦੀ ਅਮਰ ਕਥਾ, ਜੋ ਕਿ ਹਰ ਰੋਜ਼ ਗੁਰੂ ਚਰਨਾਂ 'ਚ ਬੈਠ ਕੇ ਸਰਵਣ ਕਰਦੇ ਹਾਂ। ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵਡਭਾਗਾ ਸਮਾਂ ਬਖਸ਼ਿਆ। ਇਹ ਪਾਵਨ ਸ਼ਬਦ ਸੋਰਠ ਰਾਗਣੀ ਦੇ ਵਿੱਚ ਹੈ। ਤੀਸਰੇ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤਾ ਹੋਇਆ ਉਪਦੇਸ਼ ਹੈ। ਦਾਸਨ ਦਾਸ ਹੋਵੈ, ਦਾਸਾਂ ਦਾ ਦਾਸ ਬਣਨਾ, ਸੇਵਾਦਾਰਾਂ ਦਾ ਵੀ ਸੇਵਾਦਾਰ, ਤਾਂ ਹਰ ਪਾਏ। ਫਿਰ ਕਿਤੇ ਜਾ ਕੇ ਪ੍ਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ। ਵਿੱਚੋਂ ਆਪ ਗਵਾਈ। ਸੋ ਪ੍ਰਮਾਤਮਾ ਦਾ ਨਾਮ ਉਹਨੂੰ ਹੀ ਮਿਲਦਾ ਜਿਹੜਾ ਵਿੱਚੋਂ ਹਉਮੈ ਨਹੀਂ ਗਵਾਉਂਦਾ ਹੈ। ਜਦੋਂ ਦਾਸਾਂ ਦਾ ਦਾਸ ਬਣਦਾ ਤਾਂ ਹਉਮੈ ਜਿਹੜੀ ਆ ਉਹ ਮਰ ਜਾਂਦੀ ਹੈ। ਜਿੰਨਾ ਚਿਕਰ ਇਹ ਦਾਸਾਂ ਦਾ ਦਾਸ ਨਹੀਂ ਬਣਦਾ, ਉਹਨਾਂ ਚਿਕਰ ਹਉਮੈ ਨਹੀਂ ਮਰਦੀ ਹੈ। ਜਿੰਨਾ ਚਿਕਰ ਹਉਮੈ ਨਹੀਂ ਮਰਦੀ, ਮਹਾਰਾਜ ਕਹਿੰਦੇ ਉਹਨਾਂ ਚਿਕਰ ਨਾਮ ਨਹੀਂ ਇਹ ਪ੍ਰਾਪਤ ਕਰ ਸਕਦਾ ਹੈ। ਭਗਤਾਂ ਕਾ ਕਾਰਜ ਹਰਿ ਆਨੰਦ ਹੈ, ਅਨ ਦਿਨ ਹਰਿ ਗੁਣ ਗਾਈ। ਸੋ ਜਿਹੜਾ ਭਗਤਾਂ ਦਾ ਕੰਮ ਕੀ ਹੈ? ਭਗਤਾਂ ਦਾ ਕੰਮ ਹੈ ਨਾਮ ਜਪਣਾ ਅਤੇ ਆਨੰਦ ਲੈਣਾ। ਨਾਮ ਜਪਣਾ, ਉਹਦੇ 'ਚੋਂ ਰਸ ਲੈਣਾ, ਇਹ ਹੈ ਭਗਤਾਂ ਦਾ ਕੰਮ ਹੈ। ਅਤੇ ਦਿਨ ਰਾਤ ਹੁੰਦੇ ਜਿਹੜੇ ਸੰਸਾਰਕ ਲੋਕ ਨੇ ਕੰਮ ਕਰਦੇ, ਕੋਈ 6 ਘੰਟੇ ਕਰਦਾ, ਕੋਈ 8 ਘੰਟੇ ਕਰਦਾ, ਕੋਈ 12-16 ਘੰਟੇ ਕਰਦਾ। ਜਿਹੜਾ ਇਹ ਭਗਤਾਂ ਦਾ ਕੰਮ ਹੈ ਨਾਮ ਜਪਣਾ ਅਤੇ ਆਨੰਦ ਲੈਣਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਗਤ ਦਿਨ ਰਾਤ ਇਹ ਕੰਮ ਕਰਦੇ ਨੇ, ਦਿਨੇ ਵੀ ਅਤੇ ਰਾਤ ਵੀ। ਸੋ ਇਹ ਉਹ ਕੰਮ ਕਰਦੇ ਨੇ।
ਸ਼ਬਦ ਰਤੇ ਸਦਾ ਇਕ ਰੰਗੀ, ਹਰ ਸਿਉ ਰਹੇ ਸਮਾਈ। ਉਹ ਸ਼ਬਦ ਵਿੱਚ ਰੰਗੇ ਰਹਿੰਦੇ ਨੇ, ਰੰਗੇ ਹੁੰਦੇ ਨੇ ਇੱਕ ਰੰਗ ਦੇ ਵਿੱਚ, ਇੱਕ ਦੇ ਰੰਗ ਦੇ ਵਿੱਚ ਸ਼ਬਦ ਦੁਬਾਰਾ ਰੰਗੇ ਰਹਿੰਦੇ ਨੇ, ਅਤੇ ਨਾਮ ਦੇ ਵਿੱਚ ਹੀ ਉਹ ਸਮਾਈ ਹੁੰਦੀ, ਉਹਨਾਂ ਦੀ ਨਾਮ 'ਚ ਸਮਾਏ ਰਹਿੰਦੇ ਨੇ। ਹਰ ਜੀਉ ਸਾਚੀ ਨਦਰ ਤੁਮਾਰੀ, ਹੇ ਪ੍ਰਮਾਤਮਾ ਜਿਹੜੀ ਤੇਰੀ ਨਿਗਾਹ ਆ ਉਹ ਸੱਚੀ ਹੈ, ਭਾਵ ਉਹਦੀ ਨਿਗਾਹ ਹੀ ਸੱਚ ਬਣਾ ਦਿੰਦੀ ਹੈ। ਸੋ ਜਿੰਨਾ ਮਰਜ਼ੀ ਮਨੁੱਖ ਇਹ ਜਿਹੜਾ ਆ ਸੋ ਗਲਤ ਰਾਸਤੇ 'ਤੇ ਤੁਰਿਆ ਹੋਇਆ, ਜੇ ਕਿਤੇ ਉਹਦੀ ਨਿਗਾਹ ਹੋ ਜਾਵੇ ਨਾ ਤਾਂ ਬੁਰਿਆਂ ਨੂੰ ਵੀ ਉਹ ਭਲਾ ਕਰ ਦਿੰਦੀ ਹੈ, ਜੇ ਪਰਮਾਤਮਾ ਪਰਮੇਸ਼ਰ ਦੀ ਨਿਗਾਹ ਹੋ ਜਾਵੇ। ਆਪਣਿਆਂ ਦਾਸਾਂ ਨੂੰ ਕਿਰਪਾ ਕਰ ਪਿਆਰੇ, ਰਾਖੋ ਪੈਜ ਹਮਾਰੀ। ਸੋ ਜਿਹੜੇ ਤੇਰੇ ਦਾਸ ਨੇ ਆਪਣੇ ਦਾਸਾਂ ਦੇ ਉੱਤੇ ਤੂੰ ਕਿਰਪਾ ਕਰ, ਅਤੇ ਸਾਡੀ ਜਿਹੜੀ ਪੈਜ ਹੈ ਉਹ ਪੈਜ ਰੱਖਣਾ ਕਰ। ਰਹਾਉ ਸ਼ਬਦ ਸਲਾਹੀ ਸਦਾ ਹੋਂ ਜੀਵਾਂ, ਗੁਰਮਤੀ ਭਉ ਭਾਗਾ। ਇਹ ਭਗਤਾਂ ਦੀ ਅਵਸਥਾ ਹੁੰਦੀ ਹੈ, ਉਹਨਾਂ ਦਾ ਜੀਵਨ ਹੀ ਪਾਰ ਬ੍ਰਹਮ ਪਰਮੇਸ਼ਰ ਦੀ ਉਸਤਤੀ ਹੈ। ਸੋ ਉਹਨਾਂ ਦੀ ਜ਼ਿੰਦਗੀ ਹੀ ਰੱਬ ਦੀ ਸਿਫਤ ਸਲਾਹ ਹੈ। ਉਹਨਾਂ ਦੇ ਅੰਦਰ ਕਿਸੇ ਕਿਸਮ ਦਾ ਕੋਈ ਡਰ ਨਹੀਂ ਰਹਿ ਜਾਂਦਾ, ਕਾਰਨ ਕਿ ਉਹਨਾਂ ਨੇ ਗੁਰੂ ਦੀ ਮੱਤ ਨੂੰ ਧਾਰਨ ਕਰ ਲਿਆ। ਸੋ ਜਿਹੜਾ ਗੁਰੂ ਦੀ ਮੱਤ ਨੂੰ ਧਾਰਨ ਕਰਦਾ ਹੈ ਸੋ ਉਹਦਾ ਡਰ ਦੌੜ ਜਾਂਦਾ। ਕਹਿੰਦੇ ਮੇਰਾ ਪ੍ਰਭ ਸਾਚਾ ਅਤ ਸੁਆਲਿਓ, ਗੁਰ ਸੇਵਿਆ ਚਿਤ ਲਾਗਾ। ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਹੜਾ ਮੇਰਾ ਪ੍ਰਭੂ ਹੈ ਉਹ ਬੜਾ ਹੀ ਸੁੰਦਰ ਹੈ, ਅਤੇ ਗੁਰੂ ਦੀ ਸੇਵਾ ਦੇ ਨਾਲ ਜਿਹਦਾ ਮਨ ਲੱਗ ਜਾਂਦਾ ਹੈ, ਗੁਰ ਸੇਵਿਆ ਚਿਤ ਲਾਗਾ, ਜਿਹਦਾ ਸੇਵਾ ਨਾਲ ਮਨ ਲੱਗ ਗਿਆ, ਕਹਿੰਦੇ ਉਹਨੂੰ ਹੀ ਉਹ ਪ੍ਰਮਾਤਮਾ ਪਰਮੇਸ਼ਰ ਪ੍ਰਾਪਤ ਹੁੰਦਾ ਹੈ। ਸਾਚਾ ਸ਼ਬਦ ਸੱਚੀ ਸਚ ਬਾਣੀ, ਸੋ ਜਨ ਅਨ ਦਿਨ ਜਾਗਾ। ਸੋ ਜਿਹੜਾ ਸੱਚੇ ਸ਼ਬਦ ਨਾਲ ਬਾਣੀ ਦੁਆਰਾ ਜੁੜਦਾ ਹੈ, ਬਾਣੀ ਨਾਲ ਉਨਾ ਚਿਕਰ ਨਹੀਂ ਜੁੜਿਆ ਜਾਂਦਾ ਜਿੰਨਾ ਚਿਕਰ ਬਾਣੀ ਦੀ ਸਮਝ ਨਾ ਲੱਗੇ। ਸੋ ਜਦੋਂ ਬਾਣੀ ਦੀ ਸਮਝ ਪੈਂਦੀ ਹੈ ਤਾਂ ਆਟੋਮੈਟਿਕਲ ਇਹ ਜੁੜਦਾ ਹੈ, ਕਿਉਂਕਿ ਬਾਣੀ 'ਚ ਬ੍ਰਹਮ ਹੈ ਅਤੇ ਇਹ ਜੀਵ ਵੀ ਬ੍ਰਹਮ ਦੀ ਅੰਸ਼ ਹੈ। ਸੋ ਇਸ ਕਰਕੇ ਬਾਣੀ ਦੇ ਨਾਲ ਮਨ ਲੱਗਦਾ। ਜੇ ਬਾਣੀ ਦੀ ਸਮਝ ਨਹੀਂ ਲੱਗਦੀ ਫਿਰ ਨਹੀਂ ਮਨ ਜੁੜਦਾ ਜੀ। ਸੋ ਬਾਣੀ ਦੀ ਸਮਝ ਪੈ ਜਾਵੇ ਫਿਰ ਮਨ ਨੂੰ ਜੋੜਨ ਵਾਸਤੇ ਕੋਈ ਯਤਨ ਹੀ ਨਹੀਂ ਕਰਨਾ ਪੈਂਦਾ, ਕੋਈ ਸਾਧਨ ਨਹੀਂ ਕਰਨਾ ਪੈਂਦਾ। ਬਾਣੀ ਦੀ ਸਮਝ ਜਿਹਨੂੰ ਪੈਂਦੀ ਹੈ ਨਾ, ਉਹ ਚਾਹੇ ਲੰਮਾ ਪਿਆ, ਚਾਹੇ ਬੈਠਾ ਆ, ਚਾਹੇ ਭੋਜਨ ਛਕਦਾ, ਉਹਦਾ ਮਨ ਜੁੜਿਆ ਹੀ ਰਹਿੰਦਾ, ਉਹ ਬਾਣੀ ਦੀ ਸਮਝ ਪੈਂਦੀ ਹੈ। ਬਾਣੀ 'ਚ ਬ੍ਰਹਮ ਵਿਚਾਰ ਹੈ, ਮਨ ਇਹ ਜੀਵ ਜਿਹੜਾ ਬ੍ਰਹਮ ਦੀ ਅੰਸ਼ ਹੈ। ਸੋ ਇਸ ਕਰਕੇ ਇਹ ਬਾਣੀ ਦੇ ਨਾਲ ਬੜੀ ਛੇਤੀ ਜੁੜਦਾ ਜੇ ਸਮਝ ਪੈ ਜਾਵੇ ਬਾਣੀ ਦੀ। ਫਿਰ ਇਹ ਜਿਹੜਾ ਮਨ ਕਦੀ ਸੌਂਦਾ ਨਹੀਂ ਹੈ, ਨਹੀਂ ਤਾਂ ਉੱਦਾਂ ਤਾਂ ਸਾਰੇ ਮੋਹ ਮਾਇਆ ਦੀ ਨੀਂਦ ਵਿੱਚ ਸੁੱਤੇ ਪਏ ਨੇ। ਸੋ ਜਿਨ੍ਹਾਂ ਨੂੰ ਗੁਰਬਾਣੀ ਦੇ ਵਿੱਚੋਂ ਆਨੰਦ ਆਉਣ ਲੱਗ ਪੈਂਦਾ, ਹਰ ਵਕਤ ਸੁਚੇਤ ਰਹਿੰਦੇ ਨੇ, ਹਮੇਸ਼ਾ ਸਾਵਧਾਨ ਰਹਿੰਦੇ ਨੇ, ਕਦੀ ਮਨ ਨਹੀਂ ਸੌਂਦਾ। ਸਰੀਰ ਦਾ ਸੌਣਾ ਕੁਝ ਹੋਰ ਹੈ, ਮਨ ਦਾ ਸੌਣਾ ਹੋਰ, ਸਰੀਰ ਦਾ ਜਾਗਣਾ ਹੋਰ, ਮਨ ਦਾ ਜਾਗਣਾ ਹੋਰ ਹੈ। ਸੋ ਮਨ ਜਨਮਾਂ ਜਨਮਾਤਰਾਂ ਦਾ ਸੁੱਤਾ ਹੋਇਆ। ਸੋ ਜੇ ਤਾਂ ਸੰਸਾਰ ਨੂੰ ਸੱਤ ਮੰਨ ਕੇ ਬੈਠਾ ਤਾਂ ਸੁੱਤਾ ਹੋਇਆ, ਜੇ ਸੰਸਾਰ ਨੂੰ ਇੱਕ ਸਰਾਂ ਸਮਝਿਆ ਹੋਇਆ ਵੀ ਹਾਂ ਵੀ ਚੱਲਣਾ ਇੱਥੋਂ ਜਾਣਾ, ਅਤੇ ਮਨ ਜਾਗਿਆ ਹੋਇਆ, ਉਹਨਾਂ ਨੂੰ ਜਗਿਆਸੂ ਕਿਹਾ ਜਾਂਦਾ। ਅਤੇ ਉਹ ਜਾਗੇ ਹੋਏ ਮਨ ਵਾਲੇ ਜਿਹੜੇ ਹੁੰਦੇ ਨੇ ਉਹਨਾਂ ਦੇ ਮਨ ਵਿੱਚ ਹੀ ਆਸ ਹੁੰਦੀ ਹੈ, ਉਹੀ ਆਸ ਰੱਖਦੇ ਨੇ ਆਪਣੇ ਮਨ ਦੇ ਵਿੱਚ ਕਿ ਨਾਮ ਜਪੀਏ, ਬਾਣੀ ਪੜ੍ਹੀਏ, ਭਗਤੀ ਕਰੀਏ, ਸਤਸੰਗ ਕਰੀਏ। ਉਹ ਇਹ ਆਸ ਲੈ ਕੇ ਚੱਲਦੇ ਨੇ, ਕਿਉਂ? ਉਹਨਾਂ ਨੂੰ ਆਪਣੇ ਨਿੱਜ ਘਰ ਵਾਸਾ ਕਰਨ ਦਾ ਚਾਅ ਹੁੰਦਾ ਵੀ ਨਿੱਜ ਘਰ ਹੋਈ ਬਸੇਰਾ ਸਾਡਾ ਵੀ ਕਿਤੇ ਆਪਣੇ ਘਰ ਵਿੱਚ ਵਾਸਾ ਹੋ ਜਾਵੇ। ਇਹ ਸੰਸਾਰ ਦੇ ਵਿੱਚ ਵਾਸਾ ਥੋੜ੍ਹੀ ਹੈ, ਸੰਸਾਰ 'ਚ ਵਾਸਾ ਨਹੀਂ ਹੈ, ਇਹ ਤਾਂ ਚਲੋ ਚਲੀ ਦਾ ਮੇਲਾ। ਸੋ ਆ ਰਹੇ ਨੇ ਜਾ ਰਹੇ ਨੇ, ਵਾਸਾ ਤਾਂ ਸੱਚਖੰਡ ਵਿੱਚ ਇਹ ਹੁੰਦਾ ਹੈ। ਮਹਾਰਾਜ ਕਹਿੰਦੇ ਮਹਾਂਗਬੀਰ ਸਦਾ ਸੁਖ ਦਾਤਾ, ਤਿਸ ਕਾ ਅੰਤ ਨ ਪਾਇਆ। ਸੋ ਜਿਹੜਾ ਪਰਮਾਤਮਾ ਆ ਉਹ ਬਹੁਤ ਗਹਿਰ ਗੰਭੀਰ ਹੈ,
ਡੂੰਘਾ ਆ, ਚੌੜਾ ਆ, ਅਥਾਹ ਆ, ਮਤਲਬ ਉਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ, ਉਹਦੀ ਕੋਈ ਕੀਮਤ ਨਹੀਂ ਪਾ ਸਕਦਾ। ਕਿਸੇ ਇੱਕ ਗੁਣ ਦੀ ਨਹੀਂ ਉਹਦੀ ਕੋਈ ਕੀਮਤ ਪਾ ਸਕਦਾ, ਕਿਸੇ ਇੱਕ ਗੁਣ ਦਾ ਕੋਈ ਉਹਦਾ ਅੰਦਾਜ਼ਾ ਨਹੀਂ ਲਾ ਸਕਦਾ। ਉਹ ਮਹਾਂ ਗੰਭੀਰ ਹੈ ਅਤੇ ਹਮੇਸ਼ਾ ਹੈਗਾ ਸੁਖ ਦਾਤਾ, ਅਤੇ ਉਹ ਸੁੱਖ ਦੇਣੇ ਵਾਲਾ। ਤਿਸ ਕਾ ਅੰਤ ਨਾ ਪਾਇਆ, ਉਹਦਾ ਅੰਤ ਕੋਈ ਵੀ ਨਹੀਂ ਪਾ ਸਕਿਆ। ਹੁਣ ਭਗਤ ਜਨ ਰਾਧ ਦੇ ਤਾਂ ਹਨ ਉਹਨੂੰ, ਨਾਲੇ ਦੇਖੋ ਦਿਨ ਰਾਤ ਰਾਧ ਦੇ ਨੇ, ਦਿਨ ਰਾਤ। ਸੋ ਇੰਝ ਕਹਿ ਲਈਏ ਰਿਸਰਚ ਕਰਦੇ ਪਏ ਨੇ, ਫਿਰ ਵੀ ਪਤਾ ਨਹੀਂ ਲੱਗਦਾ। ਦਿਨ ਰਾਤ ਰਿਸਰਚ ਹੈ, ਹਰ ਵਕਤ ਉਹਦੀ ਯਾਦ, ਉਹਨੂੰ ਯਾਦ ਕਰਦੇ ਰਹਿਣਾ, ਪਰ ਅੰਤ ਨਹੀਂ। ਕੋਈ ਵੀ ਅੱਜ ਤੱਕ ਉਹਦਾ ਅੰਤ ਨਹੀਂ ਪਾ ਸਕਿਆ, ਨਾ ਕੋਈ ਪਾ ਸਕਦਾ। ਸੋ ਇਹ ਹੈ ਵੀ ਜਿਹੜਾ ਸੋ ਉਹਨੂੰ ਯਾਦ ਕਰਦਾ ਕਰਦਾ ਉਹਦਾ ਰੂਪ ਹੋ ਜਾਂਦਾ ਹੈ। ਜੇ ਕੋਈ ਅੰਤ ਪਾਇਆ ਹੋਵੇ ਕਿਸੇ ਨੇ, ਕਹਿੰਦੇ ਅੰਤ ਨਹੀਂ ਕੋਈ ਪਾ ਸਕਿਆ। ਪੂਰੇ ਗੁਰ ਕੀ ਸੇਵਾ ਕੀਨੀ, ਅਚਿੰਤ ਹਰ ਮਨ ਵਸਾਇਆ। ਜਿੰਨਾ ਚਿਕਰ ਬੰਦਾ ਚਿੰਤਾ ਦੇ ਵਿੱਚ ਹੈ, ਉਹਨਾਂ ਚਿਕਰ ਨਾਮ ਨਹੀਂ ਮਨ ਵਿੱਚ ਵਸਦਾ ਜੀ। ਜੋ ਚਿੰਤਾ ਹਰ ਵਕਤ ਹੀ, ਸੋ ਜਿੱਧਰ ਚਿੰਤਾ ਮਨ ਤਾਂ ਉੱਧਰ ਲੱਗਦਾ। ਜਿੱਧਰ ਚਿੰਤਾ ਉਹ ਕਦੀ ਨੋਟ ਕਰ ਲਓ। ਜੇ ਕਾਰੋਬਾਰ ਦੀ ਚਿੰਤਾ ਮਨ ਕੰਮ ਕਾਰ 'ਚ ਹੀ ਵੜਿਆ ਰਹਿੰਦਾ ਹੈ, ਜੇ ਕਿਸੇ ਬੱਚੇ ਦੀ ਚਿੰਤਾ ਮਨ ਉੱਧਰ ਹੀ ਵੜਿਆ ਰਹਿੰਦਾ ਹੈ, ਜੇ ਬਿਮਾਰੀ ਦੀ ਚਿੰਤਾ ਮਨ ਤਾਂ ਉੱਥੇ ਵੜਿਆ ਹੁੰਦਾ ਹੈ। ਮਨ ਨੇ ਜਿੱਥੇ ਜਾਣਾ ਉਹਨੂੰ ਪਾਉਣਾ। ਮਨ ਜਿੱਥੇ ਜਾਊਗਾ, ਜਿੱਥੇ ਲੱਗੂਗਾ, ਜੇ ਨਾਲ ਜੁੜੂਗਾ ਉਹਨੂੰ ਪਾ ਲੈਂਦਾ ਇਹ ਮਨ। ਹੁਣ ਮਹਾਰਾਜ ਜੀ ਇੱਥੇ ਕਹਿੰਦੇ ਨੇ, ਕਹਿੰਦੇ ਜਿਹੜੀ ਸੇਵਾ ਆ, ਇਸ ਸੇਵਾ ਦੇ ਨਾਲ ਮਨ ਸੰਸਾਰ ਵਾਲੇ ਪਾਸੇ ਤੋਂ ਚਿੰਤਾ ਤੋਂ ਰਹਿਤ ਹੋ ਜਾਂਦਾ ਹੈ। ਇਹ ਅਚਿੰਤ ਹੋਇਆ ਨਹੀਂ। ਜਦੋਂ ਹੀ ਅਚਿੰਤ ਹੋਇਆ ਉਦੋਂ ਹਰੀ ਦਾ ਨਾਮ ਮਨ ਵਿੱਚ ਵਸਦਾ। ਜਿੰਨਾ ਚਿਕਰ ਇਹ ਚਿੰਤਾ ਦੇ ਵਿੱਚ ਆ, ਉਹਨਾਂ ਚਿਕਰ ਨਾਮ ਮਨ ਵਿੱਚ ਨਹੀਂ ਵਸਦਾ। ਸੋ ਬਾਣੀ ਦੀ ਵਿਚਾਰ ਦੇ ਨਾਲ ਇਹ ਚਿੰਤਾ ਤੋਂ ਰਹਿਤ ਹੋ ਜਾਂਦਾ, ਸੇਵਾ ਦੇ ਨਾਲ ਚਿੰਤਾ ਤੋਂ ਰਹਿਤ ਹੋ ਜਾਂਦਾ ਹੈ। ਸੋ ਚਾਹੇ ਬਾਣੀ ਦੀ ਵਿਚਾਰ ਵਿੱਚ ਮਨ ਜੁੜੇ ਜਾਂ ਸੇਵਾ ਵਿੱਚ ਜੁੜੇ, ਅਤੇ ਇਹ ਚਿੰਤਾ ਤੋਂ ਰਹਿਤ ਫੇਰ ਹੁੰਦਾ ਹੈ। ਜਦੋਂ ਚਿੰਤਾ ਤੋਂ ਰਹਿਤ ਹੋਇਆ, ਕਹਿੰਦੇ ਨਾਮ ਮਨ ਵਿੱਚ ਵਸਦਾ। ਮਨ ਤਨ ਨਿਰਮਲ ਸਦਾ ਸੁਖ ਅੰਤਰ, ਵਿੱਚੋਂ ਭਰਮ ਚੁਕਾਇਆ। ਕਹਿੰਦੇ ਮਨ ਵੀ ਅਤੇ ਤਨ ਵੀ, ਸੋ ਇਹ ਉਦੋਂ ਨਿਰਮਲ ਹੁੰਦਾ ਹੈ, ਉਦੋਂ ਨਿਰਮਲ ਹੁੰਦਾ ਜਦੋਂ ਇਹਦੇ ਅੰਦਰੋਂ ਭਰਮ ਚਲੇ ਜਾਂਦਾ ਹੈ। ਜਿੰਨਾ ਚਿਕਰ ਉਹ ਭਰਮ ਦੇ ਵਿੱਚ ਹੈ, ਉਹਨਾਂ ਚਿਕਰ ਨਾ ਮਨ ਨਿਰਮਲ ਨਾ ਤਨ ਨਿਰਮਲ ਹੈ ਜੀ। ਸੋ ਤਨ ਨਿਰਮਲ ਤੋਂ ਭਾਵ ਦਾ ਵੀ ਹੱਥਾਂ ਦੇ ਨਾਲ ਚੰਗੇ ਕਰਮ ਕਰਦਾ, ਪੈਰਾਂ ਨਾਲ ਚੰਗੇ ਪਾਸੇ ਜਾਂਦਾ, ਅੱਖਾਂ ਨਾਲ ਚੰਗਾ ਵੇਖਦਾ, ਕੰਨਾਂ ਨਾਲ ਚੰਗਾ ਸੁਣਦਾ, ਇਹ ਤਨ ਨਿਰਮਲ। ਇਹਨੂੰ ਕਹਿੰਦੇ ਤਨ ਨਿਰਮਲ। ਜਦੋਂ ਮਨ ਨਿਰਮਲ ਦੀ ਗੱਲ ਆਉਂਦੀ ਤਾਂ ਸੋਚ, ਖਿਆਲਾਤ, ਧਿਆਨ ਮਾੜੇ ਪਾਸੇ ਨਹੀਂ ਜਾਂਦਾ, ਉਹਨੂੰ ਕਹਿੰਦੇ ਮਨ ਨਿਰਮਲ। ਜਿਹਨੂੰ ਗੁਰੂ ਅਮਰਦਾਸ ਜੀ ਨੇ ਕਿਹਾ ਜੀਓ ਨਿਰਮਲ ਬਾਹਰੋਂ ਨਿਰਮਲ, ਗੁਰੂ ਅਮਰਦਾਸ ਜੀ ਨੇ ਇਹੀ ਵਚਨ ਕੀਤੇ ਹੋਏ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਵੀ ਅਤੇ ਤਨ ਵੀ ਨਿਰਮਲ, ਅਤੇ ਸਦਾ ਸੁਖ ਅੰਤਰ, ਅਤੇ ਅੰਦਰੋਂ ਸੁਖ, ਅੰਦਰੋਂ ਸੁਖੀ। ਜਿਹੜਾ ਅੰਦਰੋਂ ਸੁਖੀ ਹੈ ਅਤੇ ਉਹਦੀ ਗੱਲ ਕੁਝ ਹੋਰ ਹੈ, ਬਾਹਰਲਾ ਸੁੱਖ ਹੋਰ ਹੈ, ਅੰਦਰਲਾ ਸੁੱਖ ਹੋਰ ਹੈ। ਸੋ ਜੇ ਦੁਨੀਆ ਦੀ ਦੌਲਤ, ਧਨ ਦੌਲਤ ਦੇ ਨਾਲ ਅੰਦਰਲਾ ਸੁੱਖ ਮਿਲਦਾ ਹੁੰਦਾ ਮਨ ਦਾ, ਅਤੇ ਜਿੰਨੇ ਅਮੀਰ ਨੇ ਸਾਰੇ ਸੁੱਖ ਖਰੀਦ ਕੇ ਘਰ ਬਹਿ ਜਾਂਦੇ। ਸੋ ਮਹਾਰਾਜ ਕਹਿੰਦੇ ਭਾਈ ਰੇ ਸੁੱਖ ਸਾਧ ਸੰਗ ਪਾਇਆ। ਜਿੰਨਾ ਮਰਜ਼ੀ ਬੰਦਾ ਯਤਨ ਕਰ ਲਵੇ, ਸੁੱਖ ਤਾਂ ਬਾਣੀ ਦੀ ਵਿਚਾਰ ਸੰਗਤ ਕਰਕੇ ਅਤੇ ਉਹਦੇ ਵਿੱਚ ਕਹਿੰਦੇ ਸੁੱਖ ਹੈ। ਉਂਝ ਸੁੱਖ ਨਹੀਂ ਹੈ, ਜੋ ਮਰਜ਼ੀ ਕੋਈ ਯਤਨ ਕਰ ਲਵੇ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਜਿੰਨਾ ਚਿਕਰ ਭਰਮ ਨਹੀਂ ਜਾਂਦਾ, ਉਨਾ ਚਿਕਰ ਮਨ ਤਨ ਨਿਰਮਲ ਨਹੀਂ ਹੋ ਸਕਦਾ। ਅਤੇ ਭਰਮ ਜਾਂਦਾ ਆ ਬਾਣੀ ਦੀ ਵਿਚਾਰ ਦੇ ਨਾਲ। ਹਰ ਕਾ ਮਾਰਗ ਸਦਾ ਪੰਥ ਵਿਖੜਾ, ਕੋ ਪਾਏ ਗੁਰ ਵਿਚਾਰਾ। ਕਬੀਰ ਸਾਹਿਬ ਜੀ ਨੇ ਵੀ ਇਹਨੂੰ ਇੰਝ ਆਖਿਆ, ਕਹਿੰਦੇ ਜਿਹੜਾ ਬੰਦਗੀ ਵਾਲਾ ਰਾਸਤਾ ਹੈ ਨਾ, ਇਹ ਬੜਾ ਔਖਾ, ਬੜਾ ਕਠਿਨ ਹੈ। ਇਸੇ ਕਰਕੇ ਇੱਧਰ ਨੂੰ ਕੋਈ ਆਉਂਦਾ ਨਹੀਂ, ਇਸੇ ਕਰਕੇ ਨਹੀਂ ਆਉਂਦਾ। ਸੋ ਜਿਹੜਾ ਦਾਤਾਂ ਵਾਲਾ ਰਸਤਾ ਆ, ਸੋ ਦਾਤਾਂ ਪ੍ਰਾਪਤ ਕਰਨੀ ਰਸਤਾ ਸੌਖਾ ਆ। ਸੋ ਸਾਰੇ ਦਿਲ ਪੁੰਨ ਬਣਾਉਣੇ, ਪੁੰਨ ਬਣਾ ਲਓ, ਪਾਪ ਹੈ ਤਾਂ ਪੁੰਨ ਬਣਾ ਲਓ। ਸੋ ਇਹ ਰਸਤਾ ਸੌਖਾ ਹੈ। ਪੁੰਨ ਕਈ ਤਰੀਕੇ ਨਾਲ ਬਣ ਜਾਂਦੇ ਆ। ਸੋ ਜਿਹੜਾ ਦੁੱਖ ਅਤੇ ਸੁੱਖ ਨੂੰ ਸਹਿਣਾ, ਦੁੱਖ ਨੂੰ ਸੁੱਖ ਤਾਂ ਸੁੱਖ ਵਿੱਚ ਹੰਕਾਰੀ ਜਾਂਦਾ, ਦੁੱਖ ਨੂੰ ਸਹਿਆ ਨਹੀਂ ਜਾਂਦਾ। ਉਹਦੇ 'ਤੇ ਉਹ ਜਿਹੜਾ ਰਾਸਤਾ ਨਾ ਦੁੱਖ ਸੁੱਖ ਨੂੰ ਸਮ ਕਰਕੇ ਸਹਿਣਾ, ਉਹ ਅਵਕਟ ਘਾਟੀ ਮਹਾਰਾਜ ਨੇ ਕਹਿ ਦਿੱਤਾ।
ਕਿ ਇੱਕ ਅਵਕਟ ਘਾਟੀ ਰਾਮ ਕੀ ਤੇ ਚੜ੍ਹ ਰਮਿਓ ਕਬੀਰ, ਵੀ ਉਹ ਰਾਸਤਾ ਸੋ ਬੜਾ ਟੇਢਾ ਮੇਢਾ ਆ ਤੇ ਤਾਂ ਨੂੰ ਸਿੱਧੀ ਚੜ੍ਹਾਈ ਹੈ, ਤੇ ਉਸ ਰਾਸਤੇ ਦੇ ਉੱਤੇ ਬਹੁਤ ਘੱਟ ਜਾਣੇ ਵਾਲੇ ਨੇ। ਮਹਾਰਾਜ ਵੀ ਕਹਿੰਦੇ ਨੇ, ਗੁਰੂ ਅਮਰਦਾਸ ਜੀ ਕਹਿੰਦੇ, ਹਰੀ ਦਾ ਮਾਰਗ ਹੀ ਬੜਾ ਵਿਖੜਾ ਪੈਂਡਾ ਆ, ਬਹੁਤ ਵਿਖੜਾ ਪੈਂਡਾ, ਬੜਾ ਔਖਾ ਪੈਂਡਾ, ਬੜਾ ਕਠਿਨ ਪੈਂਡਾ। ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ। ਉਹ ਇਹ ਜਿਹੜੇ ਗੁਰੂ ਪੀਰ ਹੁੰਦੇ ਨੇ ਇਹੋ ਹੀ ਮਾਰਗ ਦੱਸਦੇ ਨੇ ਵੀ ਕਿਵੇਂ ਮਾਰਗ 'ਤੇ ਚੱਲਣਾ। ਇਸੇ ਕਰਕੇ ਸੋ ਉਹ ਸੇਵਾ ਦੇ ਵਿੱਚ ਹੀ ਇਸ ਨੂੰ ਕੱਢਦੇ ਨੇ ਵੀ ਇਹ ਵਿਖਮ ਮਾਰਗ 'ਤੇ ਇਹ ਚੱਲਣਾ ਸਿੱਖ ਲਵੇ, ਵੀ ਇਸ ਮਾਰਗ 'ਤੇ ਕਿੱਦਾਂ ਚੱਲੀਦਾ। ਸੋ ਭਗਤ ਹੀ ਇਸ ਮਾਰਗ 'ਤੇ ਚੱਲ ਸਕਦਾ, ਸੰਸਾਰਕ ਬੰਦਾ ਨਹੀਂ ਇਸ ਮਾਰਗ 'ਤੇ ਚੱਲ ਸਕਦਾ ਜੀ। ਉਹ ਤਾਂ ਭੱਜੇਗਾ, ਉਹ ਲੁਕੇਗਾ, ਉਹ ਉਪਾਅ ਲੱਭੇਗਾ। ਜਿਹੜਾ ਰੱਬ ਦਾ ਪਿਆਰਾ ਨਹੀਂ ਉਹ ਤੁਰਦਾ ਹੈ। ਉਹ ਕਹਿੰਦਾ ਜੋ ਜੋ ਤੇਰਾ ਹੁਕਮ ਤੇ ਵੈ ਤੇ ਹੁਕਮ ਬਣਾਤਾ, ਹੁਕਮ ਬਣਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਅਤੇ ਦੇਖੋ ਕਿੱਡਾ ਵਿਖਮ ਪੈਂਡਾ ਸੀਗਾ। ਮਹਾਰਾਜ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਨੂੰ ਜਿਹੜੀ ਬਾਦਸ਼ਾਹਤ ਦਿੱਤੀ ਹੈ, ਕਹਿੰਦੇ ਸਿਰ ਦੇ ਕੇ ਲਵਾਂਗੇ। ਕਹਿੰਦੇ ਸਿਰ ਦੇਵਾਂਗੇ ਫੇਰ ਲਵਾਂਗੇ। ਵਿਖਮ ਪੈਂਡਾ ਸੀਗਾ ਜੀ। ਕਿੱਦਾਂ ਤੱਤੀਆਂ ਤਵੀਆਂ 'ਤੇ ਬੈਠੇ, ਸੀਸ 'ਤੇ ਰੇਤ, ਦੇਗ 'ਚ ਵਾਲੇ ਖਾਧੇ, ਇਹ ਵਿਖਮ ਪੈਂਡਾ ਸਾਰਾ। ਅਤੇ ਫਿਰ ਉਸ ਤੋਂ ਬਾਅਦ ਕਿੱਦਾਂ ਸ਼ਹਾਦਤਾਂ ਦੇ ਕਿੱਦਾਂ ਕਤਾਰਾਂ ਲੱਗ ਗਈਆਂ ਸ਼ਹੀਦੀਆਂ ਦੀਆਂ। ਸੋ ਇਸ ਮਾਰਗ 'ਤੇ ਚੱਲੇ ਨੇ। ਜੇ ਆਪਣੇ ਗੁਰੂ ਨੇ ਇਸ ਮਾਰਗ 'ਤੇ ਚੱਲਦੇ ਇਸ ਵਿਖਮ ਪੈਂਡੇ 'ਤੇ, ਆਪਾਂ ਕਿਵੇਂ ਚੱਲ ਸਕਦੇ ਸੀ? ਚੱਲੇ ਨਹੀਂ ਸੀ ਸਕਦੇ। ਸੋ ਹੈ ਵਿਖਮ ਪੈਂਡਾ, ਪਰ ਸੋ ਇਹ ਹੈਗਾ ਸੱਚ ਦਾ ਮਾਰਗ ਹੈ। ਮਹਾਰਾਜ ਕਹਿੰਦੇ ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ। ਸੋ ਸੱਚ ਦਾ ਮਾਰਗ ਜਿਹੜਾ, ਫਿਰ ਇਹਨੂੰ ਕੋਈ ਆਂਚ ਨਹੀਂ। ਸੋ ਆਂਚ ਨਹੀਂ, ਇਹ ਰਹਿੰਦੀ ਦੁਨੀਆ ਤੱਕਰ ਲੋਕ ਯਾਦ ਰੱਖਦੇ ਨੇ। ਦਰਗਾਹ ਦੇ ਵਿੱਚ ਜੈ ਜੈਕਾਰ ਹੈ। ਨਹੀਂ ਤਾਂ ਜਿੱਡੇ ਮਰਜ਼ੀ ਕੋਈ ਰਾਜੇ ਮਹਾਰਾਜੇ ਹੋ ਗਏ, ਜਦੋਂ ਜਿੰਨਾ ਚਿਕਰ ਸੀਗੇ ਉਹਨਾਂ ਚਿਕਰ ਉਹਨਾਂ ਦਾ ਨਾਂ ਸੀ, ਬਾਅਦ 'ਚ ਕੌਣ ਪੁੱਛਦਾ ਜੀ। ਇੱਥੇ ਵੀ ਨਹੀਂ ਉਹਨਾਂ ਦਾ ਨਾਂ, ਨਾ ਦਰਗਾਹ ਦੇ ਵਿੱਚ। ਦਰਗਾਹ 'ਚ ਪਤਾ ਨਹੀਂ ਦੀ ਕੀ ਹਾਲਤ ਹੁੰਦੀ ਹੋਵੇਗੀ ਜੀ। ਕਹਿੰਦੇ ਨੇ ਇਹ ਜਿਹੜਾ ਮਾਰਗ ਆ ਬੜਾ ਵਿਖੜਾ ਆ। ਕੋ ਪਾਏ ਗੁਰ ਵਿਚਾਰ ਆ, ਜਿਹੜਾ ਸ਼ਬਦ ਦੀ ਵਿਚਾਰ ਕਰਦਾ ਉਹੀ ਇਸ ਮਾਰਗ ਨੂੰ ਪ੍ਰਾਪਤ ਕਰਦਾ ਅਤੇ ਤੁਰ ਸਕਦਾ ਹੈ। ਹਰ ਕੈ ਰੰਗ ਰਾਤਾ ਸ਼ਬਦੇ ਮਾਤਾ, ਹਉਮੈ ਤਜੇ ਵਿਕਾਰਾ। ਹਉਮੈ ਇੱਕ ਬੜਾ ਭਿਆਨਕ ਰੋਗ ਹੈ। ਸੋ ਇਹ ਖਹਿੜਾ ਨਹੀਂ ਛੱਡਦੀ। ਹਉਮੈ ਬੜੀ ਸੂਖਸ਼ਮ ਹੋ ਜਾਂਦੀ। ਬੰਦਾ ਜੋ ਬੰਦਗੀ ਵੀ ਕਰਦਾ, ਬਾਣੀ ਪੜ੍ਹਦਾ, ਇਹ ਉਨੀ ਸੂਖਸ਼ਮ ਹੋਈ ਜਾਂਦੀ ਹੈ। ਇਹ ਆਪਣਾ ਰੂਪ ਬਦਲ ਲੈਂਦੀ ਹੈ। ਹਉਮੈ ਬਾਣੀ ਪੜ੍ਹਨ ਦੀ ਹਉਮੈ, ਕਿੱਡੀ ਬਾਣੀ ਨਾਲ ਤਾਂ ਹਉਮੈ ਖਤਮ ਹੋਣੀ ਸੀ, ਬਾਣੀ ਪੜ੍ਹਨ ਨਾਲ ਹਉਮੈ। ਫਿਰ ਸੇਵਾ ਕਰਨ ਦੇ ਨਾਲ ਹਉਮੈ ਖਤਮ ਹੋਣੀ ਆ, ਅਤੇ ਸੇਵਾ ਕਰਨ ਨਾਲ ਹਉਮੈ। ਮਤਲਬ ਕਿੰਨਾ ਸੂਖਸ਼ਮ ਰੂਪ ਆਪਣਾ ਧਾਰਨ ਕਰ ਲੈਂਦੀ ਹੈ। ਜਿੰਨਾ ਚਿਕਰ ਉਹਦੀ ਕਿਰਪਾ ਨਹੀਂ ਹੁੰਦੀ, ਉਨਾ ਚਿਕਰ ਇਹ ਹਉਮੈ ਤੋਂ ਖਹਿੜਾ ਨਹੀਂ ਛੁੱਟ ਸਕਦਾ। ਜਿੰਨਾ ਮਰਜ਼ੀ ਇਹ ਬੰਦਾ ਜ਼ੋਰ ਲਾ ਲਵੇ, ਹਉਮੈ ਨਹੀਂ ਖਹਿੜਾ ਛੱਡਦੀ ਹੈ। ਬੜਾ ਭਾਰੀ ਇਹ ਵਿਕਾਰ ਹੈ। ਮਹਾਰਾਜ ਕਹਿੰਦੇ ਨੇ ਹਰ ਕੇ ਰੰਗ ਰਾਤਾ, ਜਿਹੜਾ ਪ੍ਰਮਾਤਮਾ ਦੇ ਨਾਮ ਦੇ ਰੰਗ ਦੇ ਵਿੱਚ ਰੰਗਿਆ ਗਿਆ ਅਤੇ ਸ਼ਬਦ ਦੇ ਮਾਤਾ, ਸ਼ਬਦ ਦੇ ਨਾਲ ਮਸਤ ਹੁੰਦਾ ਹੈ, ਉਹਨੂੰ ਸੁੱਧ ਬੁੱਧ ਭੁੱਲਦੀ ਹੈ। ਜਿਹਨੂੰ ਗੁਰਬਾਣੀ ਦੇ ਨਾਲ ਜਿਹਨੂੰ ਜੁੜਦਾ, ਸੁੱਧ ਬੁੱਧ ਭੁੱਲਦੀ ਜਦੋਂ। ਮਹਾਰਾਜ ਭਾਈ ਗੁਰਦਾਸ ਜੀ ਕਹਿੰਦੇ ਨਾ, ਦਰਸ਼ਨ ਦੇਖ ਤੇ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਕੀ ਨਾ ਮਨ, ਮਤ ਮੇ ਨਾ ਮਤ ਹੈ। ਸੋ ਇਹੋ ਜਿਹੀ ਅਵਸਥਾ ਜਦੋਂ ਬਾਣੀ ਪੜ੍ਹਦਿਆਂ ਹੋਣ ਲੱਗ ਪੈਂਦੀ ਹੈ, ਫਿਰ ਕਿਤੇ ਹਉਮੈ ਸੋ ਛੱਡਦੀ ਹੈ। ਨਹੀਂ ਤਾਂ ਸ਼ਬਦ ਦੀ ਵਿਚਾਰ ਵੀ ਇਹਨੂੰ ਹਉਮੈ ਚਲ ਜਾ ਸਕਦੀ ਹੈ ਜੀ। ਜੇ ਮਸਤ ਹੋ ਗਿਆ ਅਤੇ ਫਿਰ ਇਹਨੂੰ ਚੇਤਾ ਹੀ ਨਹੀਂ ਵੀ ਹਾਂ ਵਿਚਾਰ ਕਿਵੇਂ ਕੀਤੀ, ਕਿਵੇਂ ਕੀਤੀ, ਉਹਦੇ 'ਚ ਆਨੰਦ ਵਿੱਚ ਮਸਤ ਹੋ ਗਿਆ, ਫਿਰ ਨਹੀਂ ਚੇਤਾ ਰਹਿੰਦਾ। ਜਦੋਂ ਚੇਤਾ ਆਉਂਦਾ ਨਾ, ਹਾਂ ਵੀ ਬੁੱਧ ਨੇ ਆਹ ਸ਼ਬਦ ਦੀ ਵਿਚਾਰ ਕਰ ਲਈ, ਉੱਥੇ ਵੀ ਹਉਮੈ ਦਾ ਖਤਰਾ ਜਿਹੜਾ ਆ ਉਹ ਹੈ। ਬੜਾ ਸੂਖਸ਼ਮ ਰੂਪ ਹੈ ਹਉਮੈ ਦਾ। ਇਹ ਬੜਾ ਭਾਰੀ ਵਿਕਾਰ ਹੈ। ਜਿੰਨਾ ਚਿਕਰ ਸ਼ਬਦ ਦੇ ਨਾਲ ਇਹਨੂੰ ਮਸਤੀ ਨਹੀਂ ਆਉਂਦੀ ਨਾ, ਉਨਾ ਚਿਕਰ ਹਉਮੈ ਨਹੀਂ ਛੱਡਦੀ। ਕਹਿੰਦੇ ਨਾਨਕ ਨਾਮ ਰਤਾ ਇਕ ਰੰਗੀ, ਸ਼ਬਦ ਸਵਾਰਨ ਹਾਰਾ। ਜਿਹੜੇ ਨਾਮ ਵਿੱਚ ਰੱਤੇ ਨੇ ਉਹ ਇੱਕ ਰੰਗੀ ਹੋ ਜਾਂਦੇ ਨੇ, ਅਤੇ ਸ਼ਬਦ ਉਹਨਾਂ ਨੂੰ ਸਵਾਰਦਾ। ਸ਼ਬਦ ਸਵਾਰਨ ਹਾਰਾ, ਸ਼ਬਦ ਦੁਆਰਾ ਉਹ ਸਵਾਰੇ ਜਾਂਦੇ ਨੇ। ਮਹਾਰਾਜ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ।
ਸੋ ਆਓ ਆਨੰਦ ਸਾਹਿਬ ਦਾ ਹੁਣ ਪਾਠ ਕਰੀਏ। ਗੁਰੂ ਕਿਰਪਾ ਕਰੇ ਭੁੱਲਾਂ ਦੀ ਖਿਮਾ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਛੇਤੀ। ਮਨ ਮਦੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣ ਆਈਆਂ। ਸ਼ਬਦ ਉਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ। ਅੰਗੀਕਾਰ ਕਰੇ ਤੇਰਾ ਘਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ। ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਕਰਤਾ ਤੇਰਾ ਸਭ ਕਿਛ ਹੈ। ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ। ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ। ਸਾਚ ਨਾਮਦਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਨ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ। ਪੰਚ ਦੂਤ ਦਵਸ ਕੀਤੇ। ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਅਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿ ਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਿਰਪਾ ਕਰਨੀ, ਘਰ ਦੇ ਵਿੱਚ ਖੁਸ਼ੀਆਂ ਬਰਸਾਉਣੀਆਂ, ਪਾਤਸ਼ਾਹ ਜੀ ਸਤਸੰਗ ਬਖਸ਼ਿਸ਼ ਕਰਨਾ, ਘਰ ਦੇ ਜੀਆਂ ਨੂੰ ਬਾਣੀ ਦੇ ਨਾਲ ਜੋੜ ਕੇ ਰੱਖਣਾ, ਲਵਪ੍ਰੀਤ ਸਿੰਘ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਰੋਬਾਰ ਵਾਧੇ ਬਖਸ਼ਿਸ਼ ਕਰਨੇ, ਪਾਤਸ਼ਾਹ ਜੀ ਉਹ ਚਰਨਾਂ ਦੇ ਨਾਲ ਜੋੜ ਕੇ ਰੱਖਿਓ, ਅੰਗ ਸੰਗ ਸਹਾਈ ਹੋਣਾ, ਬਖਸ਼ੀਆਂ ਦਾਤਾਂ ਦੇ ਵਿੱਚੋਂ ਕੜਾਹ ਪ੍ਰਸ਼ਾਦੀਆਂ ਦੀ ਗਾਹਾਂ ਜੜਨੇ, ਕਰੀ ਪਾਕ ਸਰਸੋਂ ਵਿਤਰਾਹਣ ਲਾਭ ਤੋਂ ਕਰਨਾ, ਸੀਲ ਪ੍ਰਸ਼ਾਦ ਸੰਤਾਂ ਵਿੱਚ ਵਰਤੇ, ਜੋ ਵੀ ਛਕਿਆ ਆਪਦਾ ਨਾਮ ਜਪੇ, ਪਾਵਨ ਹੁਕਮ ਬਖਸ਼ੋ ਸੰਤਾਂ ਨਿਹਾਲ ਕਰੋ ਜੀ, ਸਹੀ ਪਿਆਰੇ ਮਿਲਣ ਬਿਨਾ ਮਿਲਿਆ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗਰਾਗਿਆ ਭਈ ਅਕਾਲ ਕੀ ਕਵੀ ਚਲਾਇਓ ਪੰਥ, ਸਭ ਸਿੱਖਾਂ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਆ, ਪ੍ਰਗਟ ਗੁਰਾਂ ਕੀ ਤੇ ਖੋਜ ਸ਼ਬਦ ਮੇਰੇ, ਕਰੀਗਾ ਖਾਲਸਾ ਆਖੀ ਰਹਿ ਕੋ, ਵਾਹਿਗੁਰੂ ਸਭ ਮਿਲਾਂਗੇ, ਬਚੇ ਸਰਨ ਜੋ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜਲਦਾ ਕਰ ਸੇਵਦੇ, ਗੁਰ ਪਾਰਿਓ ਕਾਇਮ ਹੈ, ਰਾਜਾਂ ਕੇ ਹੱਥ ਮੈਂ, ਕਲਗੀ ਸੋਏ ਸੀਸ, ਹਰੀ ਰਖਿਆ ਕਰੀ, ਗੁਰ ਕਲਗੀ ਕਰ ਜਗਦੀਸ਼, ਮੇਰੇ ਸੋ ਨਿਹਾ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਹਰ ਹਰ ਚਾਰਨ ਹਿਰਦੇ ਉਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਸੋ ਕਾਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਯਾਰ ਸੋਂ ਕੁਰ ਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਵਾਹਿਗੁਰੂ ਜੀ। ਟੋਡੀ ਮਹੱਲਾ ਪੰਜਵਾਂ। ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਸ ਮਨ ਉਪਜਿਓ। ਸਗਲੇ ਦੁਖ ਪਲਾਇਣ, ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਸ ਮਨ ਉਪਜਿਓ। ਸਗਲੇ ਦੁਖ ਪਲਾਇਣ ਰਹਾ, ਜੋ ਮੰਗਹਿ ਸੋਈ ਸੋਈ ਪਾਵਹਿ। ਸੇਵ ਹਰਿ ਕੇ ਚਰਨ ਰਸਾਇਣ, ਜਨਮ ਮਰਨ ਦੋਹੂ ਤੇ ਛੁਟਹਿ। ਭਵਜਲ ਜਗਤ ਤਰਾਇਣ, ਖੋਜਤ ਖੋਜਤ ਤਤ ਵਿਚਾਰਿਓ। ਦਾਸ ਗੋਵਿੰਦ ਪਰਾਇਣ, ਅਵਿਨਾਸ਼ੀ ਖੇਮ ਚਾਹੈ ਜੇ ਨਾਨਕ। ਸਦਾ ਸਿਮਰ ਨਾਰਾਇਣ, ਖੋਜਤ ਖੋਜਤ ਤਤ ਵਿਚਾਰਿਓ। ਦਾਸ ਗੋਵਿੰਦ ਪਰਾਇਣ, ਅਵਿਨਾਸ਼ੀ ਖੇਮ ਚਾਹੈ ਜੇ ਨਾਨਕ। ਸਦਾ ਸਿਮਰ ਨਾਰਾਇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ
ਸਤਨਾਮ ਸਤਨਾਮ ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।